जी मैंने पढ़न का शुरू तो शौक सी। मेरे मदर भी काफ़ी पढ़े हुए सी, वो शायद उन्होंने तो ही पैदा होया। मेरे को 14 डिग्रियां ने जी। ਇੰਨੀ ਗਰਮੀ ਦੇ ਵਿੱਚ ਝੋਨਾ ਲਾਵਾਂਗੇ ਤਾਂ ਪਸੀਨਾ ਆਏਗਾ, ਕਿੱਥੇ ਏਸੀ ਦੇ ਵਿੱਚ ਬਹਿ ਕੇ ਕੰਮ ਕਰਨਾ ਹੈ। ਵੱਡੇ ਅਹੁਦਿਆਂ ਤੇ ਕੋਈ ਜੱਜ ਲੱਗ ਜਾਏ, ਕੋਈ ਡੀਸੀ ਲੱਗ ਜਾਏ, ਕਲੈਕਟਰ ਲੱਗ ਜਾਣ, ਸਾਡੇ ਖੂਨ ਦੇ ਵਿੱਚ ਮਿੱਟੀ ਹੈ ਸਾਡੀ, ਅਸੀਂ ਉਹਦੇ ਤੋਂ ਦੂਰ ਨਹੀਂ ਹੋ ਸਕਦੇ। ਤੇ ਮੰਮਾ ਟਰੈਕਟਰ ਚਲਾਉਂਦੇ ਹੁੰਦੇ ਸੀ ਤੇ ਮੈਂ ਟਰੈਕਟਰ ਤੇ ਬਹਿ ਕੇ ਮਤਲਬ ਕਿਸਾਨੀ ਨੂੰ, ਖੇਤੀ ਨੂੰ ਦੇਖਿਆ, ਤੇ ਇਸ ਲਈ ਮੇਰੇ ਲਈ ਉਹ ਔਖਾ ਨਹੀਂ ਔਰ ਮੈਨੂੰ ਕਦੀ ਧੁੱਪ ਨਹੀਂ ਲੱਗਦੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਤੁਸੀਂ ਆਪਣੇ ਹੱਕ ਲਈ ਜ਼ਰੂਰ ਲੜਾਈ ਲੜੋ। ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਮੇਸ਼ਾ ਲੜਾਈ ਲੜਦਾ ਰਿਹਾ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਦੇ ਲੋਕ ਲੜਾਈ ਲੜਨਗੇ। ਮੈਂ 2-3 ਦਿਨ ਤੋਂ ਦੇਖ ਰਹੀ ਸੀ ਕਿ ਉਹਨਾਂ ਨੇ ਇੱਥੇ ਮਤਲਬ ਪਾਣੀ ਦਿੱਤਾ ਤੇ ਨਾ ਕੱਦੂ ਕਰ ਰਹੇ ਸੀ, ਨਾ ਕੋਈ ਆ ਰਿਹਾ ਸੀ। ਤੇ ਮੈਂ ਅੰਕਲ ਨੂੰ ਪੁੱਛਿਆ, ਮੈਂ ਕਿਹਾ ਅੰਕਲ ਤੁਸੀਂ ਲਗਾ ਕਿਉਂ ਨਹੀਂ ਰਹੇ? ਮੈਂ ਕਿਹਾ ਨਿਕਲ ਜੂਗੀ ਫਿਰ ਟਾਈਮ। ਮੈਨੂੰ ਕਹਿੰਦੇ ਕਿ ਪੁੱਤ ਆਪਣੀ ਉੱਥੇ ਬਾਰਡਰ ਤੇ ਸਭ ਲੋਕ ਬੈਠੇ ਨੇ, ਲੇਬਰ ਨਹੀਂ ਮਿਲ ਰਹੀ, ਇੱਦਾਂ ਕਰਕੇ। ਮੈਂ ਕਿਹਾ ਜੀ ਮੈਂ ਲਗਾਉਂਗੀ। ਉਹ ਹੱਸਣ ਲੱਗ ਗਏ। ਮੈਂ ਕਿਹਾ ਮੈਂ ਕਹਿ ਰਹੀ ਹਾਂ ਮੈਂ ਤੁਹਾਡੇ ਨਾਲ ਲਗਾਉਂਗੀ, ਮੇਰੇ ਨਾਲ 2-4 ਹੋਰ ਬੱਚੇ ਜਿਹੜੇ ਹੈਗੇ ਉਹ ਆਉਣਗੇ। ਤੇ ਉਹਨਾਂ ਨੇ ਨਹੀਂ ਮੰਨਿਆ, ਲੇਕਿਨ ਮੈਂ ਅਗਲੇ ਦਿਨ ਉਹਨਾਂ ਨੂੰ ਜ਼ਬਰਦਸਤੀ ਟਰੈਕਟਰ ਫੜਿਆ। ਪਹਿਲਾਂ ਅਸੀਂ ਕੱਦੂ ਕੀਤਾ, ਫਿਰ ਉਸ ਤੋਂ ਬਾਅਦ ਅਸੀਂ ਝੋਨਾ ਲਗਾਇਆ। ਸਾਨੂੰ ਇਸ ਲਈ ਸਮਝ ਆਇਆ ਕਿਉਂਕਿ ਜੇ ਬਿੱਲਾਂ ਦੇ ਵਿੱਚ ਮੇਨ ਖਾਮੀ ਹੈ, ਇਹਨਾਂ ਦੇ ਵਿੱਚ ਜਿਹੜਾ ਕਿਸਾਨ ਹੈ ਉਹਨੂੰ ਮਜ਼ਦੂਰ ਬਣਾ ਦਿੱਤਾ ਜਾਏਗਾ। ਉਹਨਾਂ ਦੀਆਂ ਜ਼ਮੀਨਾਂ ਖੋਣ ਦੇ ਇੰਨੇ ਲੂਪਹੋਲਸ ਨੇ। ਉਸ ਤੋਂ ਬਾਅਦ ਜਿਹੜਾ ਮੰਡੀਆਂ ਦਾ ਸਿਸਟਮ ਹੈ, ਜਿਨ੍ਹਾਂ ਦੇ ਵਿੱਚ ਬਹੁਤ ਲੋਕਾਂ ਦਾ ਲੈਣ ਦੇਣ ਦਾ ਸਿਸਟਮ ਜਾਂ ਨੌਕਰੀਆਂ ਜੁੜੀਆਂ ਹੋਈਆਂ, ਉਹ ਖੋਈਆਂ ਜਾਣਗੀਆਂ। ਔਰ ਸਭ ਤੋਂ ਜਿਹੜਾ ਡੇਂਜਰਸ ਚੀਜ਼ ਹੈ ਉਹ ਇਹ ਕਾਲਾ ਬਾਜ਼ਾਰੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼ ਤੇ ਮੈਂ ਹਾਂ ਸੁਖ ਗਿੱਲ। ਅੱਜ ਅਸੀਂ ਮੋਗਾ ਵਿਖੇ ਮੌਜੂਦ ਹਾਂ, ਜਿੱਥੇ ਕਿ ਤੁਸੀਂ ਦੇਖਿਆ ਹੋਊ ਇੱਕ ਪੰਜਾਬ ਦੀ ਧੀ ਆ ਜਿਹੜੀ ਝੋਨਾ ਲਾਉਂਦੀ। ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ, ਉਹਨਾਂ ਨੇ ਖੇਤਾਂ ਦੇ ਵਿੱਚ ਝੋਨਾ ਲਾਇਆ। ਬੇਸ਼ੱਕ ਉਹ ਹਾਈ ਕੋਰਟ ਦੇ ਵਕੀਲ ਨੇ, ਸੁਪਰੀਮ ਕੋਰਟ ਵੀ ਪ੍ਰੈਕਟਿਸ ਕਰਦੇ ਨੇ, ਪਰ ਲੋਕਾਂ ਦੀ ਮਦਦ ਕਰਨ ਦਾ ਜਿਹੜਾ ਜਜ਼ਬਾ ਆ ਉਹਨਾਂ ਦੇ ਮਨ ਵਿੱਚ ਆ। ਔਰ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਦੀ ਹਮਾਇਤ ਕਰਨ ਵਾਸਤੇ ਦਿੱਲੀ ਵੀ ਕਈ ਵਾਰ ਗਏ ਨੇ। ਸਾਡੇ ਨਾਲ ਮੌਜੂਦ ਨੇ ਪਰਪ੍ਰੀਤ ਕੌਰ ਬਰਾੜ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਮੈਮ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮੈਮ, ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਿਆ ਆਮ ਹੀ ਲੋਕਾਂ ਨੇ ਝੋਨਾ ਲਾਉਂਦੇ ਪਏ ਹੋ, ਕੀ ਪ੍ਰੋਬਲਮ ਆਈ, ਕਿੱਦਾਂ ਮਨ ਵਿੱਚ ਆਇਆ ਕਿ ਕਿਸਾਨਾਂ ਦੀ ਜਿਹੜੀ ਮਦਦ ਕੀਤੀ ਜਾਵੇ? ਮੈਂ ਬਿਲਕੁਲ, ਕਿਉਂਕਿ ਤੁਸੀਂ ਦੇਖਿਓ ਹੁਣ ਆਈਓ ਖੇਤਾਂ ਦੇ ਵਿੱਚ ਮੈਂ ਝੋਨਾ ਲਗਾਇਆ ਸੀਗਾ। ਮੈਂ 2-3 ਦਿਨ ਤੋਂ ਦੇਖ ਰਹੀ ਸੀ ਕਿ ਉਹਨਾਂ ਨੇ ਇੱਥੇ ਮਤਲਬ ਪਾਣੀ ਦਿੱਤਾ ਤੇ ਨਾ ਕੱਦੂ ਕਰ ਰਹੇ ਸੀ, ਨਾ ਕੋਈ ਆ ਰਿਹਾ ਸੀ। ਤੇ ਮੈਂ ਅੰਕਲ ਨੂੰ ਪੁੱਛਿਆ, ਮੈਂ ਕਿਹਾ ਅੰਕਲ ਤੁਸੀਂ ਲਗਾ ਕਿਉਂ ਨਹੀਂ ਰਹੇ? ਮੈਂ ਕਿਹਾ ਨਿਕਲ ਜੂਗੀ ਫਿਰ ਟਾਈਮ। ਮੈਨੂੰ ਕਹਿੰਦੇ ਕਿ ਪੁੱਤ ਆਪਣੀ ਉੱਥੇ ਬਾਰਡਰ ਤੇ ਸਭ ਲੋਕ ਬੈਠੇ ਨੇ, ਲੇਬਰ ਨਹੀਂ ਮਿਲ ਰਹੀ, ਇੱਦਾਂ ਕਰਕੇ। ਮੈਂ ਕਿਹਾ ਜੀ ਮੈਂ ਲਗਾਉਂਗੀ। ਉਹ ਹੱਸਣ ਲੱਗ ਗਏ। ਮੈਂ ਕਿਹਾ ਮੈਂ ਕਹਿ ਰਹੀ ਹਾਂ ਮੈਂ ਤੁਹਾਡੇ ਨਾਲ ਲਗਾਉਂਗੀ, ਮੇਰੇ ਨਾਲ 2-4 ਹੋਰ ਬੱਚੇ ਜਿਹੜੇ ਹੈਗੇ ਉਹ ਆਉਣਗੇ। ਤੇ ਉਹਨਾਂ ਨੇ ਨਹੀਂ ਮੰਨਿਆ, ਲੇਕਿਨ ਮੈਂ ਅਗਲੇ ਦਿਨ ਉਹਨਾਂ ਨੂੰ ਜ਼ਬਰਦਸਤੀ ਟਰੈਕਟਰ ਫੜਿਆ। ਪਹਿਲਾਂ ਅਸੀਂ ਕੱਦੂ ਕੀਤਾ, ਫਿਰ ਉਸ ਤੋਂ ਬਾਅਦ ਅਸੀਂ ਝੋਨਾ ਲਗਾਇਆ। ਔਰ ਮੇਰਾ ਇਹ ਝੋਨਾ ਲਗਾਉਣ ਦਾ ਮਕਸਦ ਔਰ ਮੈਸੇਜ ਔਰ ਸੁਨੇਹਾ ਇਹ ਸੀਗਾ ਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ 3 ਬਿੱਲ ਪਾਸ ਕੀਤੇ ਹੈ, ਮੈਂ ਪਰਸਨਲੀ ਤੌਰ 'ਤੇ ਪੂਰੀ ਸਾਡੀ ਕਿਸਾਨ ਬਰਾਦਰੀ, ਪੂਰੇ ਹਿੰਦੁਸਤਾਨ ਦੇ ਲੋਕ ਇਹ ਬਿੱਲਾਂ ਨੂੰ ਗਲਤ ਸਮਝ ਰਹੇ ਨੇ, ਕਿਉਂਕਿ ਇਹਨਾਂ ਬਿੱਲਾਂ ਦੇ ਵਿੱਚ ਬਹੁਤ ਖਾਮੀਆਂ ਹੈ। ਔਰ ਸਾਰੇ ਜਿਹੜੇ ਮੇਰੇ ਸਾਡੇ ਚਾਚੇ ਤਾਏ ਭੈਣ ਭਰਾ ਬਾਰਡਰ 'ਤੇ ਬੈਠੇ ਨੇ, ਉਹਨਾਂ ਦੀ ਸਪੋਰਟ ਦੇ ਵਿੱਚ ਮੇਰਾ ਇਹ ਮੈਸੇਜ ਸੀ, ਸੁਨੇਹਾ ਸੀ। ਔਰ ਮੈਨੂੰ ਹਜੇ ਵੀ ਕਿਤੇ ਕਾਲ ਆਏਗੀ ਜਾਂ ਆਉਂਦੀ ਹੈ, ਮੈਂ ਉਹਨਾਂ ਕੋਲ ਜਾਂਦੀ ਹਾਂ। ਉਹਨਾਂ ਦੀ ਮਦਦ ਲਈ ਜਿੰਨਾ ਵੀ ਹੋ ਪਾਉਂਦਾ ਮੈਂ ਹੁਣ ਵੀ ਕਰਾਂਗੀ ਔਰ ਕਰਦੀ ਵੀ ਰਵਾਂਗੀ, ਕਿਉਂਕਿ ਹੋ ਕੀ ਰਿਹਾ ਹੈ ਕਿ ਇੱਕ ਪਰਟੀਕੂਲਰ ਸੈਕਸ਼ਨ ਦੇ ਲੋਕ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਕਿਸਾਨ ਨੇ ਉਹ ਅਨਪੜ੍ਹ ਨੇ, ਬਿੱਲਾਂ ਦੀ ਜਿਹੜੀ ਡੈਪਥ ਆ ਉਹਨੂੰ ਨਹੀਂ ਸਮਝ ਰਹੇ, ਸਮਝ ਨਹੀਂ ਆ ਰਹੀ ਉਹਨਾਂ ਨੂੰ। ਔਰ ਮੈਂ ਇਹ ਕਹਿ ਰਹੀ ਹਾਂ ਕਿ ਮੇਰੇ ਵਰਗਾ ਬੰਦਾ ਥੋੜ੍ਹਾ ਬਹੁਤ ਜਿੰਨਾ ਵੀ ਪੜ੍ਹਿਆ ਹੈ, ਸਾਨੂੰ ਇਸ ਬਿਲਕੁਲ ਸਮਝ ਹੈ।
ਸਾਨੂੰ ਇਸ ਲਈ ਸਮਝ ਹੈ ਕਿਉਂਕਿ ਜੇ ਬਿੱਲਾਂ ਦੇ ਵਿੱਚ ਮੇਨ ਖਾਮੀ ਹੈ, ਇਹਨਾਂ ਦੇ ਵਿੱਚ ਜਿਹੜਾ ਕਿਸਾਨ ਹੈ ਉਹਨੂੰ ਮਜ਼ਦੂਰ ਬਣਾ ਦਿੱਤਾ ਜਾਏਗਾ। ਉਹਨਾਂ ਦੀਆਂ ਜ਼ਮੀਨਾਂ ਖੋਣ ਦੇ ਇੰਨੇ ਲੂਪਹੋਲਸ ਨੇ। ਉਸ ਤੋਂ ਬਾਅਦ ਜਿਹੜਾ ਮੰਡੀਆਂ ਦਾ ਸਿਸਟਮ ਹੈ, ਜਿਨ੍ਹਾਂ ਦੇ ਵਿੱਚ ਬਹੁਤ ਲੋਕਾਂ ਦਾ ਲੈਣ ਦੇਣ ਦਾ ਸਿਸਟਮ ਜਾਂ ਨੌਕਰੀਆਂ ਜੁੜੀਆਂ ਹੋਈਆਂ, ਉਹ ਖੋਈਆਂ ਜਾਣਗੀਆਂ। ਔਰ ਸਭ ਤੋਂ ਜਿਹੜਾ ਡੇਂਜਰਸ ਚੀਜ਼ ਹੈ ਉਹ ਇਹ ਕਾਲਾ ਬਾਜ਼ਾਰੀ, ਕਿਉਂਕਿ ਇੱਕ ਖਾਸ ਵਰਗ ਨੂੰ, ਬਿਜ਼ਨਸਮੈਨਾਂ ਨੂੰ, ਕਾਰਪੋਰੇਟ ਘਰਾਣਿਆਂ ਨੂੰ ਇਹ ਤੁਸੀਂ ਖੁੱਲ੍ਹੀ ਛੁੱਟ ਦਿੰਦੇ ਹੋ ਕਿ ਤੁਸੀਂ ਡਿਸਾਈਡ ਕਰੋ ਕਿੰਨੇ ਤੁਸੀਂ ਭਾਅ ਲਾਣੇ ਨੇ ਫਸਲ ਦੇ, ਔਰ ਉਹ ਡਿਸਾਈਡ ਕਰਨ ਤੋਂ ਬਾਅਦ ਤੁਸੀਂ ਕਿਸੇ ਚੀਜ਼ ਨੂੰ ਇਕੱਠਾ ਕਰ ਲਓ, ਔਰ ਇਕੱਠਾ ਕਰਨ ਤੋਂ ਬਾਅਦ ਤੁਸੀਂ ਖੁਦ ਡਿਸਾਈਡ ਕਰੋ ਕਿ ਉਸ ਚੀਜ਼ ਨੂੰ ਤੁਸੀਂ ਕਿੰਨੇ ਦਾ ਵੇਚਣਾ ਹੈ। ਅਗਰ ਤੁਸੀਂ ਕਿਸਾਨ ਤੋਂ 10 ਰੁਪਏ ਕਿਲੋ ਗੰਢੇ ਪਿਆਜ਼ ਲੈ ਰਹੇ ਹੋ, ਤੇ ਉਹ ਜਿਹੜੇ ਪਿਆਜ਼ ਹੈ ਤੁਹਾਡੀ ਮਰਜ਼ੀ ਹੈ, ਤੁਸੀਂ 100 ਨੂੰ ਵੇਚੋ, ਔਰ ਜਦੋਂ ਖਾਣੇ ਨੇ ਇਕੱਲੇ ਕਿਸਾਨ ਨੇ ਨਹੀਂ ਖਾਣੇ, ਇਕੱਲੇ ਕਿਸਾਨ ਦੇ ਪਰਿਵਾਰ ਨੇ ਨਹੀਂ ਖਾਣੇ, ਇਹ ਪੂਰੇ ਹਿੰਦੁਸਤਾਨ ਦੇ ਲੋਕ, ਪੂਰੇ ਪੰਜਾਬ ਦੇ ਲੋਕ ਖਾਣਗੇ। ਔਰ ਮੈਨੂੰ ਲੱਗਦਾ ਹੈ ਕਿ ਅਗਰ ਹੁਣ ਇਸ ਟਾਈਮ ਦੇ ਉੱਤੇ ਸਾਡੇ ਵਰਗੀ, ਸਾਡੀ ਜਨਰੇਸ਼ਨ ਦੇ ਲੋਕ ਨਹੀਂ ਬੋਲੇ, ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਲੰਕਿਤ ਕਰਨਗੀਆਂ, ਸਾਡੇ ਉੱਤੇ ਸ਼ਰਮਿੰਦਗੀ ਮਹਿਸੂਸ ਕਰਨਗੀਆਂ ਕਿ ਸਾਡੇ ਵਿੱਚ ਉਹ ਜਜ਼ਬਾ, ਸਾਡੇ ਵਿੱਚ ਉਹ ਕਰੇਜ ਨਹੀਂ ਸੀਗਾ ਕਿ ਅਸੀਂ ਇਸ ਬਿੱਲ ਦੇ ਅਗੇਂਸਟ ਖੜੇ ਹੋ ਸਕੀਏ। ਔਰ ਮੈਨੂੰ ਇਹ ਉਮੀਦ ਹੈ ਕਿ ਕੀ ਕਹਿੰਦੇ, ਮੇਰੇ ਸੁਨੇਹੇ ਤੋਂ ਪਹਿਲਾਂ ਹੀ ਜਾਂ ਹੁਣ ਵੀ ਬਹੁਤ ਇਹਦੇ ਲੋਕ ਸੀ ਜਿਹੜੇ ਸੋਚ ਰਹੇ ਸੀ ਕਿ ਅਸੀਂ ਕਿਸਾਨਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ, ਉਹ ਅੱਗੇ ਆਏ ਨੇ। ਔਰ ਮੈਂ ਫਖਰ ਕਰਦੀ ਹਾਂ ਉਹਨਾਂ ਦੀ ਇਸ ਮਦਦ ਲਈ, ਔਰ ਤੁਹਾਡੇ ਮੀਡੀਆ ਲਈ ਬਹੁਤ ਧੰਨਵਾਦੀ ਹਾਂ ਕਿ ਅਗਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਬਹੁਤ ਅੱਛਾ ਗਿਆ ਹੈ, ਔਰ ਇਸ ਲਈ ਮੈਂ ਸੋਸ਼ਲ ਮੀਡੀਆ ਦੇ ਸਾਰੇ ਭਰਾਵਾਂ ਦੀ ਬਹੁਤ ਧੰਨਵਾਦੀ ਹਾਂ। ਥੈਂਕ ਯੂ। ਤੁਸੀਂ ਸਟੱਡੀ ਕਿੰਨੀ ਕੀਤੀ ਹੈ, ਡਿਗਰੀਆਂ ਕਿੰਨੀਆਂ ਨੇ ਤੁਹਾਡੇ ਕੋਲ, ਪਹਿਲਾਂ ਤਾਂ ਇਹ ਦੱਸੋ। ਮੈਂ ਜੀ, ਮੈਨੂੰ ਪੜ੍ਹਨ ਦਾ ਸ਼ੁਰੂ ਤੋਂ ਸ਼ੌਂਕ ਸੀ। ਮੇਰੇ ਮਦਰ ਵੀ ਕਾਫੀ ਪੜ੍ਹੇ ਹੋਏ ਸੀ, ਉਹ ਸ਼ਾਇਦ ਉਹਨਾਂ ਤੋਂ ਹੀ ਪੈਦਾ ਹੋਇਆ। ਮੇਰੇ ਕੋਲ 14 ਡਿਗਰੀਆਂ ਨੇ ਜੀ। ਵੈਰੀ ਗੁੱਡ। ਤੇ ਝੋਨਾ ਲਾਉਂਦਿਆਂ ਤੁਹਾਨੂੰ ਗਰਮੀ ਨਹੀਂ ਲੱਗੀ? ਗਰਮੀ ਕਿੰਨੀ ਹੈ, ਤੁਹਾਡੇ ਮਨ 'ਚ ਨਹੀਂ ਆਇਆ ਕਿ ਇੰਨੀ ਗਰਮੀ ਦੇ ਵਿੱਚ ਝੋਨਾ ਲਾਵਾਂਗੇ ਤਾਂ ਪਸੀਨਾ ਆਏਗਾ, ਕਿੱਥੇ ਏਸੀ ਦੇ ਵਿੱਚ ਬਹਿ ਕੇ ਕੰਮ ਕਰਨਾ? ਐਕਚੁਅਲੀ ਮੈਨੂੰ ਇਹ ਲੱਗਦਾ ਕਿ ਅਸੀਂ ਜਿੱਥੇ ਵੀ ਕਿਤੇ ਪਹੁੰਚ ਜਾਈਏ, ਚਾਹੇ ਕੀ ਕਹਿੰਦੇ ਵੱਡੇ ਅਹੁਦਿਆਂ 'ਤੇ ਕੋਈ ਜੱਜ ਲੱਗ ਜਾਏ, ਕੋਈ ਡੀਸੀ ਲੱਗ ਜਾਏ, ਕਲੈਕਟਰ ਲੱਗ ਜਾਣ, ਸਾਡੇ ਖੂਨ ਦੇ ਵਿੱਚ ਮਿੱਟੀ ਹੈ ਸਾਡੀ, ਅਸੀਂ ਉਹਦੇ ਤੋਂ ਦੂਰ ਨਹੀਂ ਹੋ ਸਕਦੇ। ਔਰ ਦੂਸਰਾ, ਇਹ ਝੋਨਾ ਲਾਣਾ ਜਾਂ ਖੇਤਾਂ ਵਿੱਚ ਕੰਮ ਕਰਨਾ ਮੇਰੇ ਲਈ ਮਤਲਬ ਬਹੁਤ ਮੁਸ਼ਕਿਲ ਨਹੀਂ ਸੀ। ਕਾਰਨ ਇਹ ਸੀਗੇ ਕਿ ਮੇਰੇ ਮਦਰ, ਉਹ ਖੁਦ ਵੀ ਇੱਕ ਆਥਰ ਰਾਈਟਰ ਰਹੇ ਨੇ, ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਉਹ ਹਾਈਲੀ ਐਜੂਕੇਟਡ ਲੇਡੀ ਹੈ। ਉਹਨਾਂ ਦੇ ਹਾਲਾਤ ਮਤਲਬ ਉਸ ਟਾਈਮ 'ਤੇ ਇੱਦਾਂ ਸੀ ਕਿ ਮੇਰੇ ਫਾਦਰ ਨੌਕਰੀ 'ਤੇ ਸੀ ਅਤੇ ਮੰਮਾ ਟਰੈਕਟਰ ਚਲਾਉਂਦੇ ਹੁੰਦੇ ਸੀ, ਅਤੇ ਮੈਂ ਟਰੈਕਟਰ 'ਤੇ ਬਹਿ ਕੇ ਮਤਲਬ ਕਿਰਸਾਨੀ ਨੂੰ, ਖੇਤੀ ਨੂੰ ਦੇਖਿਆ, ਅਤੇ ਇਸ ਲਈ ਮੇਰੇ ਲਈ ਉਹ ਔਖਾ ਨਹੀਂ, ਔਰ ਮੈਨੂੰ ਕਦੀ ਧੁੱਪ ਨਹੀਂ ਲੱਗਦੀ। ਔਰ ਮਿੱਟੀ ਦੀ ਜਿਹੜੀ ਸਮੈਲ ਹੈ, ਜਾਂ ਸਾਡੇ ਖੇਤਾਂ ਦਾ ਜਿਹੜਾ ਉਹ ਸਵਾਦ ਹੈ, ਜਾਂ ਉਹਨਾਂ ਦਾ ਸਕੂਨ ਥੋੜ੍ਹੀ ਜਿਹੜੇ ਰੂਹ ਨੂੰ ਮਿਲਦਾ ਨਾ, ਮੈਨੂੰ ਲੱਗਦਾ ਕਿ ਇਸ ਤੋਂ ਚੰਗੀ ਚੀਜ਼ ਨਹੀਂ ਹੈ। ਔਰ ਕੋਈ ਵੀ ਕਿ ਸਾਡੇ ਕਿਸਾਨਾਂ ਦੇ ਵਿੱਚ, ਜਾਂ ਕੋਈ ਵੀ ਜਿਹੜਾ ਪੰਜਾਬ, ਹਰਿਆਣਾ ਜਾਂ ਇੱਦਾਂ ਦੀ ਸਟੇਟਾਂ ਨੇ ਜਿੱਥੇ ਐਗਰੀਕਲਚਰ ਸਿਸਟਮ ਜ਼ਿਆਦਾ ਜੁੜਿਆ ਹੈ, ਅਤੇ ਉਹਨਾਂ ਲਈ ਧੁੱਪ 'ਚ ਨਿਕਲਣਾ ਜਾਂ ਖੇਤੀ ਕਰਨਾ ਮੁਸ਼ਕਿਲ ਨਹੀਂ ਹੈ। ਦਿੱਲੀ ਕਿੰਨੀ ਵਾਰੀ ਜਾ ਕੇ ਆਏ ਹੋ ਸੰਘਰਸ਼ 'ਤੇ? ਕਿਉਂਕਿ 6 ਮਹੀਨੇ ਤੋਂ ਤਕਰੀਬਨ 7 ਮਹੀਨੇ ਹੋ ਗਏ ਨੇ ਕਿਸਾਨਾਂ ਨੂੰ ਬੈਠਿਆਂ ਨੂੰ ਉੱਥੇ, ਕਿੰਨੀ ਵਾਰੀ ਜਾ ਆਏ ਹੋ ਦਿੱਲੀ? ਦਿੱਲੀ ਜਦੋਂ ਮੌਕਾ ਮਿਲਿਆ ਔਰ ਮੈਨੂੰ ਲੱਗਾ ਕਿ ਉੱਥੇ ਪਹੁੰਚਣਾ ਚਾਹੀਦਾ ਹੈ, ਮੈਂ ਉੱਥੇ ਬਿਲਕੁਲ ਪਹੁੰਚੀ। ਔਰ ਜਿੰਨੀ ਕੁ ਮੇਰੀ ਔਕਾਤ ਸੀ, ਜਾਂ ਜਿੰਨਾ ਕੁ ਮੇਰੇ ਸਮਾਂ ਨਿਕਲ ਪਾਇਆ, ਮੈਂ ਮਦਦ ਕੀਤੀ। ਲੇਕਿਨ ਹੋ ਸਕਦਾ ਕਿ ਉਸ ਟਾਈਮ ਦੇ ਉੱਤੇ ਕੋਈ ਮੇਰੇ ਵਰਗਾ ਬੰਦੇ ਦਾ ਜ਼ਿਆਦਾ ਨਾ ਕਿਤੇ ਦਿਖ ਪਾਇਆ ਹੋਵੇ, ਪਰ ਮੇਰੀ ਦਿਲੋਂ ਜਿੰਨੀ ਕੁ ਮਦਦ ਹੋ ਸਕੀ ਮੈਂ ਕੀਤੀ। ਇਹ ਕਿਵੇਂ ਲੱਗਦਾ ਤੁਹਾਨੂੰ ਸੰਘਰਸ਼ ਹੈ ਜਿਹੜਾ ਜਿੱਤ ਵੱਲ ਜਾਵੇਗਾ? ਕਿਉਂਕਿ ਲੰਮਾ ਸਮਾਂ ਹੋ ਗਿਆ, ਹੁਣ ਵੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਮੀਟਿੰਗ ਕਰਨ ਲਈ ਤਿਆਰ ਹਾਂ, ਪਰ ਬਿੱਲਾਂ 'ਤੇ ਗੱਲ ਨਹੀਂ ਕਰਨੀ ਅਸੀਂ, ਕਿਸਾਨ ਜਿਹੜੇ ਬਿੱਲਾਂ ਬਾਰੇ ਸਾਡੇ ਨਾਲ ਗੱਲ ਨਾ ਕਰਨ। ਤੁਹਾਨੂੰ ਕੀ ਲੱਗਦਾ, ਕਿਵੇਂ ਲੱਗੇਗਾ ਇਹ? ਨਹੀਂ, ਫਿਰ ਮੀਟਿੰਗ ਕਾਹਦੀ ਕਰਨੀ? ਅਗਰ ਤੁਸੀਂ ਬਿੱਲਾਂ 'ਤੇ ਗੱਲ ਨਹੀਂ ਕਰਨੀ, ਅਸੀਂ ਕਿਸਾਨ ਭਰਾ ਜਾਂ ਸਾਡੇ ਲੋਕ ਉੱਥੇ ਬੈਠੇ ਕਾਹਦੇ ਲਈ ਨੇ? ਇਸ ਲਈ ਬੈਠੇ ਨੇ ਕਿਉਂਕਿ ਬਿੱਲਾਂ 'ਚ ਖਾਮੀਆਂ ਨੇ, ਅਸੀਂ ਚਾਹੁੰਦੇ ਬਿੱਲਾਂ ਨੂੰ ਵਾਪਸ ਲੈਣ। ਦੇਖੋ, ਹੁਣ ਵੀ ਇਹਨਾਂ ਨੇ ਕਿਸਾਨਾਂ ਨੂੰ ਖੁਦ ਚਿੱਠੀ ਲਿਖਣੀ ਪਈ, ਇਹਨਾਂ ਨੂੰ ਲਿਖਣੀ ਪਈ ਕਿ ਤੁਸੀਂ ਸਾਡੇ ਨਾਲ ਗੱਲ ਕਰੋ। ਕੇਂਦਰ ਦੀ ਸਰਕਾਰ ਨੂੰ ਬੋਲਣਾ ਪਿਆ ਕਿ ਤੁਹਾਨੂੰ ਇੰਨੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਨਹੀਂ ਦਿਖ ਰਹੇ। ਅਗਰ ਤੁਹਾਨੂੰ ਉਹ ਨਹੀਂ ਦਿਖ ਰਹੇ ਤੇ ਬੜੀ ਹੀ ਸ਼ਰਮ ਦੀ ਗੱਲ। ਔਰ ਮੈਨੂੰ ਲੱਗਦਾ ਕਿ ਇਹ ਸਰਕਾਰ ਦੀ ਸੰਵੇਦਨਾ 'ਤੇ ਪ੍ਰਸ਼ਨ ਉੱਠਦੇ ਨੇ ਕਿ
ਕਿਸਾਨ ਆਦਮੀ ਜਿਹੜਾ 24 ਘੰਟੇ ਖੇਤਾਂ 'ਚ ਰਹਿਣ ਵਾਲੀ ਕੌਮ ਹੈ, ਜਿਹੜੇ ਵਿਅਕਤੀ ਖੇਤਾਂ 'ਚ ਰਹਿੰਦੇ ਨੇ, ਉਹਨਾਂ ਨੂੰ ਆਪਣੇ ਖੇਤ, ਆਪਣੀ ਕਿਸਾਨੀ ਛੱਡ ਕੇ ਅਗਰ ਬਾਰਡਰਾਂ 'ਤੇ ਜਾ ਕੇ ਬੈਠ ਕੇ ਸਰਕਾਰ ਨੂੰ ਦੱਸਣਾ ਪੈ ਰਿਹਾ ਤੇ ਬੜੇ ਦੁੱਖ ਔਰ ਸ਼ਰਮ ਦੀ ਗੱਲ ਹੈ। ਔਰ ਮੈਨੂੰ ਲੱਗਦਾ ਕਿ ਕੇਂਦਰ ਦੀ ਸਰਕਾਰ ਨੂੰ ਸੰਵੇਦਨਾ ਦਿਖਾਉਣੀ ਚਾਹੀਦੀ ਹੈ, ਉਹਨਾਂ ਨੂੰ ਇਹਦਾ ਹੱਲ ਜਲਦੀ ਤੋਂ ਜਲਦੀ ਕੱਢਣਾ ਚਾਹੀਦਾ ਹੈ। ਕਿਉਂਕਿ ਮੈਂ ਪਹਿਲਾਂ ਵੀ ਇਹ ਐਗਜ਼ਾਮਪਲ ਦਿੱਤੀ ਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਦੇ ਕੌਮ ਦੇ ਉਹ ਲੋਕ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਰਹਿ ਕੇ, ਪੱਥਰਾਂ 'ਤੇ ਸੋ ਕੇ, ਜੰਗਲਾਂ 'ਚ ਰਹਿ ਕੇ ਉਹਨਾਂ ਨੇ ਮੁਗਲਾਂ ਨਾਲ ਲੜਾਈ ਲੜੀ। ਤੁਹਾਨੂੰ ਲੱਗਦਾ ਉਹ ਪਿੱਛੇ ਨਹੀਂ ਆ ਜਾਣਗੇ? ਉਹ ਪਿੱਛੇ ਆਉਣ ਵਾਲੀ ਕੌਮ ਨਹੀਂ। ਅਸੀਂ ਲੋਕ ਤੇ ਸੀਸ ਦੇਣ ਵਾਲੇ, ਅਸੀਂ ਤੇ ਆਪਣੇ ਬੰਦ ਕਟਵਾਉਣ ਵਾਲੇ ਕੌਮ ਦੇ ਲੋਕ ਗਏ, ਅਸੀਂ ਪਿੱਛੇ ਹਟਣ ਵਾਲੇ ਨਹੀਂ। ਔਰ ਦੂਸਰਾ, ਮੈਂ ਇਸ ਲਈ ਕਹਿ ਰਹੀ ਹਾਂ ਕਿ ਅਸੀਂ ਪਿੱਛੇ ਨਹੀਂ ਹਟਣਾ ਕਿਉਂਕਿ ਅਸੀਂ ਸੱਚ ਲਈ ਲੜਾਈ ਲੜ ਰਹੇ ਹਾਂ, ਆਪਣੇ ਹੱਕ ਲਈ ਲੜਾਈ ਲੜ ਰਹੇ ਹਾਂ। ਇਹਦੇ ਵਿੱਚ ਕੋਈ ਖਾਮੀਆਂ ਨਹੀਂ। ਆਪਣੇ ਹੱਕ ਨੂੰ ਮੰਗਣਾ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਤੁਸੀਂ ਆਪਣੇ ਹੱਕ ਲਈ ਜ਼ਰੂਰ ਲੜਾਈ ਲੜੋ। ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਮੇਸ਼ਾ ਲੜਾਈ ਲੜਦਾ ਰਿਹਾ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਦੇ ਲੋਕ ਲੜਾਈ ਲੜਨਗੇ। ਇਹ ਲੜਾਈ ਤਾਂ ਆਪਾਂ ਲੜ ਰਹੇ ਹਾਂ, ਪਰ ਸਿਆਸੀ ਲੋਕ ਨੇ ਜਿਹੜਾ ਉਹਦਾ ਲਾਹਾ ਲੈਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਜਾ ਕੇ ਬਾਰਡਰਾਂ 'ਤੇ। ਬੇਸ਼ੱਕ ਆਪਣੇ ਕਿਸਾਨਾਂ ਆਗੂਆਂ ਨੇ ਕਿਹਾ ਕਿ ਇੱਥੇ ਕੋਈ ਸਿਆਸੀ ਬੰਦਾ ਨਾ ਆਵੇ, ਪਰ ਪਿੰਡਾਂ ਦੇ ਵਿੱਚ ਪਾਰਟੀਆਂ ਬਾਜ਼ੀਆਂ ਅਜੇ ਵੀ ਚੱਲ ਰਹੀਆਂ। ਕਿਸਾਨੀ ਨੂੰ ਲੈ ਕੇ ਜਿਹੜੀ ਪਾਰਟੀ ਬਾਜ਼ੀ ਹਰੇਕ ਪਿੰਡ ਵਿੱਚ ਕੀਤੀ ਜਾ ਰਹੀ, ਕਿਉਂਕਿ ਸੰਘਰਸ਼ ਦੇ ਵਿੱਚ ਜਿਹੜਾ ਨੌਜਵਾਨਾਂ ਦਾ ਜਾਂ ਬਜ਼ੁਰਗਾਂ ਦਾ ਜਾਣਾ ਜਿਹੜਾ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਪਹਿਲਾਂ ਕਮੇਟੀਆਂ ਬਣਾਈਆਂ, ਉਹ ਫਿਰ ਹੁਣ ਹਟਾ ਦਿੱਤੀਆਂ ਗਈਆਂ ਕਿਉਂਕਿ ਪੋਲੀਟੀਕਲ ਬੰਦੇ ਜਿਹੜੇ ਚਾਹੁੰਦੇ ਨਹੀਂ ਕਿ ਉੱਥੇ ਇਕੱਠ ਹੋਵੇ। ਦੇਖੋ, ਇਹ ਗੱਲ ਦੇ ਵਿੱਚ ਸਿਰਫ ਮੈਂ ਜ਼ਿਆਦਾ ਇਹਦੀ ਡੈਪਥ ਜਾਂ ਕਿੰਤੂ ਪਰੰਤੂ ਕਰਨ ਦੀ ਜਗ੍ਹਾ ਮੈਂ ਸਿੰਪਲ ਇਹ ਕਵਾਂਗੀ, ਜਿਹਨੇ ਫ਼ਾਇਦਾ ਲੈਣਾ ਲੈ ਲਓ, ਸਾਡਾ ਬਿੱਲ ਮਾफ़ ਕਰਾ ਦਿਓ, ਜਿੱਦਾਂ ਵੀ ਕਰਵਾ ਦਿਓ। ਕਿਉਂਕਿ ਅਗਰ ਇਹ ਬਿੱਲ ਮਾफ़ ਨਹੀਂ ਹੋਏਗਾ ਤੇ ਸਾਡਾ ਕਿਸਾਨ ਮਜ਼ਦੂਰ ਬਣ ਜਾਏਗਾ ਔਰ ਉਹਦੇ ਕੋਲ ਜੋ ਆਪਣੀ ਅੱਜ ਤੋਂ ਮਤਲਬ ਕਹਿੰਦੇ ਨਾ, ਇਸ ਧਰਤੀ ਮਾਂ ਜਾਂ ਸਾਡੀ ਜਿਹੜੀ ਜ਼ਮੀਨ ਹੈ, ਇਹ ਸੱਚੀ ਅਸੀਂ ਮਾਂ ਕਹਿੰਦੇ ਹਾਂ, ਉਹ ਮਾਂ ਖੁਸ਼ ਜਾਏਗੀ। ਜਿਹਨੇ ਜੋ ਫ਼ਾਇਦਾ ਲੈਣਾ ਹੈ ਤੁਸੀਂ ਲਓ। ਅਸੀਂ ਕਿਸਾਨ ਭਰਾ, ਮੈਨੂੰ ਲੱਗਦਾ ਇਸ ਮੇਰੀ ਸਟੇਟਮੈਂਟ ਦੇ ਨਾਲ, ਇੱਕ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਤੁਸੀਂ ਕੁਝ ਵੀ ਕਰੋ, ਲੇਕਿਨ ਮੋਦੀ ਜੀ ਨੂੰ ਜਾ ਕੇ ਦੱਸ ਦਿਓ ਕਿ ਮੋਦੀ ਜੀ ਜਾਂ ਜਿਹੜੇ ਕੇਂਦਰ ਦੇ ਨਰਿੰਦਰ ਜੀ ਮੰਤਰੀ ਨੇ, ਉਹਨਾਂ ਨੂੰ ਦੱਸ ਦਿਓ ਕਿ ਇਸ ਬਿੱਲ ਦੇ ਵਿੱਚ ਕੀ ਖਾਮੀਆਂ ਨੇ, ਇਸ ਬਿੱਲ ਨੂੰ ਕਿਉਂ ਵਾਪਸ ਲੈਣਾ ਚਾਹੀਦਾ ਹੈ। ਬਸ ਬਿੱਲ ਵਾਪਸ ਹੋਣਾ ਚਾਹੀਦਾ। ਬਿਲਕੁਲ। ਤਾਂ ਤੁਸੀਂ ਆਪਾਂ ਫਿਰ ਮੁੜ ਕੇ ਉਸੇ ਗੱਲ 'ਤੇ ਆਉਣੇ, ਜਿਹੜੀ ਝੋਨਾ ਲਾਉਣ ਵਾਲੀ ਗੱਲ ਸੀਗੀ। ਤਾਂ ਜਿਨ੍ਹਾਂ ਦਾ ਤੁਸੀਂ ਝੋਨਾ ਲਵਾਇਆ ਹੈ ਉਹਨਾਂ ਨੇ ਧੰਨਵਾਦ ਕੀਤਾ ਤੁਹਾਡਾ? ਦੇਖੋ, ਸਾਡੀ ਜਿਹੜਾ ਸਮਾਜਿਕ ਤਾਣਾ ਬਾਣਾ ਸਿਸਟਮ ਦੇ ਵਿੱਚ ਕਿਸੇ ਦਾ ਦਿਲੋਂ ਤੇ ਅਫਕੋਰਸ ਉਹਨਾਂ ਨੂੰ ਅੱਛਾ ਲੱਗਾ ਹੋਏਗਾ। ਉਹ ਸਾਡੇ ਮਤਲਬ ਸਾਡੇ ਪਿੰਡ ਦੇ ਸਿਸਟਮ ਦੇ ਵਿੱਚ ਸਾਡੇ ਅੜੋਸੀ ਪੜੋਸੀ ਇੱਕ ਰਿਸ਼ਤੇਦਾਰ ਦੀ ਤਰ੍ਹਾਂ ਹੁੰਦੇ ਨੇ ਔਰ ਹਮੇਸ਼ਾ ਕੋਈ ਵੀ ਸੁੱਖ ਦੁੱਖ ਹੋਵੇ ਅਸੀਂ ਇੱਕ ਦੂਸਰੇ ਦਾ ਸਾਥ ਦਿੰਦੇ ਹਾਂ। ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਵੱਡਾ ਕੰਮ ਕੀਤਾ। ਮੈਨੂੰ ਓਨੈਸਟਲੀ ਮੈਨੂੰ ਹਜੇ ਤੱਕ ਵੀ ਨਹੀਂ ਪਤਾ ਲੱਗਾ ਕਿ ਲੋਕ ਕਹਿ ਰਹੇ ਨੇ ਕਿ ਇੱਕ ਵਕੀਲ ਹੋ ਕੇ ਝੋਨਾ ਲਾ ਰਹੇ ਨੇ, ਟਰੈਕਟਰ ਚਲਾ ਰਹੇ ਨੇ, ਉਹ ਮਤਲਬ ਸੇਧ ਮਿਲੀ ਆ ਲੋਕਾਂ ਨੂੰ ਤੁਹਾਡੇ ਤੋਂ। ਨਹੀਂ, ਦੇਖੋ, ਕੁਛ ਤੁਸੀਂ ਪੜ੍ਹ ਕਿੰਨਾ ਵੀ ਲਓ, ਤੁਹਾਡੀਆਂ ਜੜ੍ਹਾਂ ਕੀ ਨੇ? ਮੈਂ ਕਿਤੇ ਵੀ ਚਲੇ ਜਾਵਾਂ, ਕਿਸੇ ਵੀ ਅਹੁਦੇ ਤੇ ਬੈਠ ਜਾ, ਮੇਰੀ ਜੜ੍ਹਾਂ ਕੀ ਹੈ? ਮੈਂ ਕਿਸਾਨ ਦੀ ਧੀ ਹਾਂ। ਅਗਰ ਤੁਸੀਂ ਤੁਹਾਡੀਆਂ ਜੜ੍ਹਾਂ ਤੋਂ ਟੁੱਟ ਗਏ ਤੇ ਕੀ ਹੈ? ਮਤਲਬ ਅਗਰ ਤੁਸੀਂ ਆਪਣੀ ਕੀ ਕਹਿੰਦੇ ਮਾਂ ਭੂਮੀ ਨਾਲ ਜੁੜੇ ਨਹੀਂ ਰਹਿ ਸਕਦੇ ਜਾਂ ਉਹਦੇ ਤੇ ਮਾਣ ਮਹਿਸੂਸ ਨਹੀਂ ਕਰ ਸਕਦੇ ਜਾਂ ਉਹ ਕੀ ਸਾਡੀ ਅਸਲੀਅਤ ਹੈ, ਸਾਡਾ ਕਲਚਰ ਕੀ ਹੈ, ਸਾਡਾ ਸਿਸਟਮ ਕੀ ਹੈ, ਤੇ ਤੁਸੀਂ ਕਦੀ ਵੀ ਮਤਲਬ ਕੋਈ ਵੱਡੇ ਅਹੁਦੇ ਤੇ ਹੋ ਜਾਂ ਉਹਨੂੰ ਪ੍ਰਾਊਡ ਮਹਿਸੂਸ ਕਰ ਰਹੇ ਹੋ, ਮੇਰੀ ਸਮਝ ਤੋਂ ਬਾਹਰ ਹੈ। ਪਰ ਮੈਨੂੰ ਇੰਨਾ ਪਤਾ ਹੈ ਕਿ ਜਿਹੜਾ ਵਿਅਕਤੀ ਜਿਹਦੀਆਂ ਜੜ੍ਹਾਂ ਨੂੰ ਸੰਬੰਧ ਰੱਖਦਾ ਹੈ, ਉਹਦੇ ਨਾਲ ਅਗਰ ਜੁੜਿਆ ਰਹਿੰਦਾ ਹੈ ਤੇ ਉਹ ਆਪਣੇ ਕਲਚਰ ਨੂੰ ਅੱਗੇ ਲੈ ਕੇ ਜਾਂਦਾ। ਔਰ ਮੇਰੇ ਲਈ ਬਹੁਤ ਹੀ ਮਤਲਬ ਸਿੰਪਲ ਜੀ ਗੱਲ ਸੀ। ਮੈਨੂੰ ਓਨੈਸਟਲੀ ਹਜੇ ਵੀ ਨਹੀਂ ਪਤਾ ਲੱਗ ਰਿਹਾ ਕਿ ਇਹ ਕਿੰਨੀ ਵੱਡੀ ਚੀਜ਼ ਕੀਤੀ, ਮੇਰੀ ਛੋਟੀ ਜੀ ਮਦਦ ਸੀ। ਮਤਲਬ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋ ਕਿ ਮੈਂ ਕਈ ਵਾਰ ਕਿਸੇ ਲੋਕਾਂ ਨੂੰ ਜਿਹੜੇ ਇਸ ਬਿੱਲ ਨੂੰ ਬਹੁਤ ਅੱਛਾ ਦੱਸਦੇ ਨੇ, ਮੈਂ ਉਹਨਾਂ ਨਾਲ ਬਹਿਸ ਕਰਦੀ ਹਾਂ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ। ਉਹ ਇਸ ਦੇ ਕੰਤੂ ਪ੍ਰੰਤੂ ਕਰਦੇ। ਮੈਂ ਕਿ ਜੀ ਤੁਹਾਨੂੰ ਅਗਰ ਮੈਂ ਕਹਾਂ ਕਿ ਇੱਥੇ ਸੋ ਜਾਓ, ਮੈਂ ਤੁਹਾਨੂੰ ਕਹਾਂ ਕਿ ਜੀ ਤੁਸੀਂ ਪੈਸੇ ਲੈ ਲਓ, ਜਿੱਥੇ ਬਾਥਰੂਮ ਨਹੀਂ ਹੈ, ਜਿੱਥੇ ਖਾਣ ਨੂੰ ਕੁਛ ਨਹੀਂ ਹੈ, ਜਿੱਥੇ ਰਜਾਈ ਨਹੀਂ ਹੈ, ਮੰਜਾ ਨਹੀਂ ਹੈ, ਕੋਈ ਸੋਏਗਾ? ਨਹੀਂ ਸੋਏਗਾ ਨਾ। ਮਤਲਬ ਕੋਈ ਬੰਦਾ ਮੈਨੂੰ ਲੱਗਦਾ ਕਿ ਇਹ ਇੱਦਾਂ ਦੀ ਸਥਿਤੀ ਹੈ ਕਿ ਕਿਸੇ ਆਦਮੀ ਨੂੰ ਕਿਸ ਜੰਗਲ 'ਚ ਉਤਾਰ ਦਿੱਤਾ ਜਾਵੇ ਔਰ ਉਸ ਨੂੰ ਬੋਲਿਆ ਜਾਵੇ ਕਿ ਤੂੰ ਇੱਥੇ ਜਿੰਦਾ ਰਹਿ ਕੇ ਲੜਾਈ ਲੜਨੀ ਹੈ, ਬਹੁਤ ਮੁਸ਼ਕਿਲ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਹਾਂ ਕਿ ਮੈਂ ਦੋਨੋਂ ਹੱਥਾਂ ਨਾਲ
ਸਲੂਟ ਕਰਦੀ ਹਾਂ ਆਪਣੇ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਇਹਦੇ ਮਤਲਬ ਸ਼ਬਦਾਂ 'ਚ ਜਾਂ ਇੱਦਾਂ ਕਹਿਣ 'ਚ ਮਤਲਬ ਤੁਹਾਡੇ ਲਈ ਬਹੁਤ ਘੱਟ ਚੀਜ਼ ਹੈ। ਤੁਹਾਡੇ ਲਈ ਜਿੰਨਾ ਕੁਛ ਸਾਡੇ ਲਈ ਮਦਦ ਬਣਨੀ ਚਾਹੀਦੀ ਹੈ, ਜਦੋਂ ਸਾਡੇ ਪੰਜਾਬ ਦੇ ਹਰਿਆਣਾ ਦੇ ਲੋਕਾਂ ਦੀ ਬਣਨੀ ਚਾਹੀਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਛੋਟੀ ਗੱਲ ਨਹੀਂ ਹੈ। ਬਹੁਤ ਹੀ ਵੱਡਾ ਦਿਲ ਹੈ, ਵੱਡੀ ਮਹਾਨਤਾ ਹੈ ਕਿ ਤੁਸੀਂ ਸਾਡੀ ਆਉਣ ਵਾਲੀ ਜਨਰੇਸ਼ਨ ਦੀ ਕਿਸਾਨੀ ਨੂੰ ਬਚਾਉਣ ਲਈ ਇਹ ਜਿਹੜੀ ਮੁਹਿੰਮ ਸਟਾਰਟ ਕੀਤੀ ਔਰ ਉਸ ਮੁਹਿੰਮ ਨੂੰ ਜਾਰੀ ਰੱਖ ਰਹੇ ਹੋ। ਟਰੈਕਟਰ ਚਲਾਉਣਾ ਕਦੋਂ ਸਿੱਖਿਆ ਤੁਸੀਂ? ਮੈਨੂੰ ਓਨੈਸਟਲੀ ਯਾਦ ਨਹੀਂ, ਪਰ ਮੈਨੂੰ ਚਲਾਉਣਾ ਆਉਂਦਾ ਹੈ। ਔਰ ਮੈਂ ਟਰੈਕਟਰ ਕੀ ਮੈਂ ਕਾਲਜ ਪਹਿਲਾਂ ਸਿੱਖ ਲਿਆ ਸੀ ਕਿ ਬਾਅਦ ਚ? ਕਾਲਜ ਟਾਈਮ ਮੈਂ ਆਪਣੇ ਕਾਲਜ ਦੇ ਵਿੱਚ ਮੋਟਰਸਾਈਕਲ ਤੇ ਜਾਂਦੀ ਸੀ। ਹਾਂਜੀ, ਬੁਲਟ ਵੀ ਚਲਾਇਆ ਹੈ, ਜਾਮਾ ਵੀ 350 ਚਲਾਇਆ ਹੈ, ਦੂਸਰਾ ਜਾਮਾ ਵੀ ਚਲਾਇਆ ਹੈ, ਵਿੱਲੀ ਜੀਪ ਹੁੰਦੀ ਸੀ ਉਦੋਂ, ਜਿਪਸੀ, ਸਾਰੀਆਂ ਚਲਾਈਆਂ ਨੇ। ਤੇ ਇਸ ਕਰਕੇ ਕਿਸਾਨਾਂ ਦੇ ਧੀਆਂ ਪੁੱਤ ਐਦਾਂ ਦੇ ਹੀ ਹੁੰਦੇ ਆ। ਹਾਂਜੀ, ਤੇ ਬਿਲਕੁਲ ਤੁਹਾਡੇ ਕੋਲ 14 ਡਿਗਰੀਆਂ ਨੇ, ਤਾਂ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਬੱਚੇ ਨੇ ਜਿਨ੍ਹਾਂ ਕੋਲ ਬਹੁਤ ਸਾਰੀਆਂ ਡਿਗਰੀਆਂ ਨੇ ਪਰ ਨੌਕਰੀ ਨਹੀਂ ਮਿਲੀ। ਤੁਸੀਂ ਕਦੇ ਟਰਾਈ ਕੀਤਾ ਸਰਕਾਰੀ ਜੌਬ ਲਈ ਕਿ ਨਹੀਂ? ਦੇਖੋ ਕੀ ਕਹਿੰਦੇ, ਇੱਕ ਨੌਕਰੀ ਮਿਲੀ ਨਹੀਂ ਮਿਲੀ ਇਹਦੇ ਬਾਰੇ ਤੇ ਮੈਨੂੰ ਨਹੀਂ ਪਤਾ, ਇਹ ਤੇ ਸਰਕਾਰਾਂ ਜਾਣਦੀਆਂ ਹੋਣਗੀਆਂ ਕਿ ਕੀ ਹੈਗਾ। ਲੇਕਿਨ ਮੈਨੂੰ ਇਹ ਲੱਗਦਾ ਕਿ ਕਈ ਵਾਰ ਤੁਹਾਡੇ ਇੰਟਰਸਟ ਹੀ ਹੁੰਦੇ ਤੁਸੀਂ ਕਿਹੜੇ ਪਾਸੇ ਜਾਣਾ। ਮੇਰਾ ਇੰਟਰਸਟ ਸੀਗਾ ਕਿ ਮੈਨੂੰ ਪੜ੍ਹਾਈ ਅੱਛੀ ਲੱਗਦੀ ਸੀ, ਮੈਂ ਪੜ੍ਹਦੀ ਰਹੀ। ਮੈਨੂੰ ਲੋਕਾਂ ਲਈ ਕੰਮ ਕਰਨਾ ਅੱਛਾ ਲੱਗਦਾ ਹੈ, ਮੈਨੂੰ ਸੋਸ਼ਲ ਕਾਜ਼ਸ 'ਤੇ ਜਾਂ ਲੋਕਾਂ ਦੀ ਮਦਦ 'ਤੇ ਮੈਨੂੰ ਇਹ ਲੱਗਦਾ ਕਿ ਇੱਕ ਐਡਵੋਕੇਟ ਦਾ ਜਿਹੜਾ ਪ੍ਰੋਫੈਸ਼ਨ ਹੈ ਇਹ ਬਹੁਤ ਅੱਛਾ ਹੈ ਕਿ ਤੁਸੀਂ ਉਹਨਾਂ ਦੀ ਲੜਾਈ ਕਾਨੂੰਨ ਦੇ ਜਿਹੜੇ ਵੈਪਨਸ ਆ ਜਾਂ ਕਾਨੂੰਨ ਦੀਆਂ ਜਿਹੜੀਆਂ ਚੀਜ਼ਾਂ ਹੈ ਉਹਦੇ ਨਾਲ ਅੱਛੀ ਤਰ੍ਹਾਂ ਲੜ ਸਕਦੇ ਹੋ। ਅਤੇ ਇਸ ਚੱਕਰ ਦੇ ਵਿੱਚ ਮੈਂ ਵਕੀਲ ਬਣਨਾ ਪਸੰਦ ਕੀਤਾ ਔਰ ਵਕੀਲ ਰਹਿ ਕੇ ਬਹੁਤ ਇਸ਼ੂਜ਼ 'ਤੇ ਕੰਮ ਕਰ ਰਹੀ ਹਾਂ। ਜਿੱਦਾਂ ਕਿ ਮੈਂ ਤੁਹਾਨੂੰ ਉਹ ਲੜਕੀ ਦਾ ਹੁਣੇ ਇਸ਼ੂ ਦੱਸਿਆ ਹੈ, ਮੈਂ ਉਹਦੀ ਵੀ ਲੜਾਈ ਲੜ ਰਹੀ ਹਾਂ। ਲੈਟਸ ਸੀ ਕਿ ਕਿੰਨਾ ਸਕਸੈਸਫੁਲ ਹੁੰਦੇ ਹਾਂ ਅਸੀਂ। ਚਲੋ ਬਹੁਤ ਵਧੀਆ ਗੱਲ ਹੈ। ਤਾਂ ਇਹ ਸਨ ਸਾਡੇ ਨਾਲ ਮੈਡਮ ਪਰਪੀਤ ਜੀ, ਜਿਹੜੇ ਕਿ ਬਰਾੜ ਨੇ। ਇਹਨਾਂ ਨੇ ਝੋਨਾ ਲਾ ਕੇ ਜਿਹੜਾ ਵਿਲੱਖਣ ਪੇਸ਼ਕਾਰੀ ਕੀਤੀ ਹੈ, ਕਿਉਂਕਿ ਹਰ ਚੈਨਲ ਨੇ ਆ ਕੇ ਇੱਥੇ ਮੈਮ ਦੀ ਇੰਟਰਵਿਊ ਕੀਤੀ, ਕਿਉਂਕਿ ਇਹਨਾਂ ਦਾ ਮਨ ਸੀ ਜਿਹੜਾ ਸੇਵਾ ਕਰਨ ਦਾ ਸੀ। ਜੇ ਪੰਜਾਬ ਦੀਆਂ ਧੀਆਂ ਚਾਹੁਣ ਤਾਂ ਹਰ ਇੱਕ ਧੀ ਜਿਹੜੀ ਆ ਆਪਣੇ ਮਾਂ-ਬਾਪ ਨਾਲ ਵੀ ਸੇਵਾ ਕਰ ਸਕਦੀ ਆ। ਜੇ ਆਪਾਂ ਗਵਾਂਢੀਆਂ ਦੀ ਸੇਵਾ ਕਰਾਂਗੇ ਤਾਂ ਉਸ ਤੋਂ ਵੀ ਵੱਡੀ ਗੱਲ ਹੋ ਜਾਂਦੀ ਹੈ। ਕੈਮਰਾਮੈਨ ਰਾਜੂ ਪਾਸੀ ਦੇ ਨਾਲ ਸੁਖ ਗਿੱਲ, ਮੋਗਾ। ਹੁਣ ਲੁਧਿਆਣਾ ਦੀ ਹਰ ਖਬਰ ਦੇਖੋ ਆਪਣੇ ਮੋਬਾਈਲ ਤੇ। ਅਸੀਂ ਪਹੁੰਚਾਵਾਂਗੇ ਸੱਚੀ ਤੇ ਪਹਿਲੀ ਖਬਰ ਤੁਹਾਡੇ ਤੱਕ, ਚੁੱਕਾਂਗੇ ਤੁਹਾਡੇ ਮੁੱਦੇ, ਬਣਾਂਗੇ ਤੁਹਾਡੀ ਆਵਾਜ਼। ਜੁੜੋ ਸਾਡੇ ਨਾਲ, ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਡੇ ਚੈਨਲ ਲੁਧਿਆਣਾ ਟਾਈਮਸ, ਫੇਸਬੁੱਕ ਅਤੇ YouTube ਤੇ।